राम गयो रावण गयो, जाको बहु परवार। कहो नानक थिर कछ नहीं, सुपने जो संसार। चिंता ताकी कीजिए, जो अनहोनी होए। एहो मार्ग संसार को, नानक थिर नहीं कोय। जो उपज्यो सो बिन सहै, परो आज कै काल। नानक हर गुण गाए ले, छाड़ सगल जंजाल। नानक हर गुण गाए ले, छाड़ सगल जंजाल। गुरु रूप गुरु प्यारी साध संगत जी, जिंदगी का एक एक पल जो हुंदा ना बहुत कीमती हुंदा है। पर जदों आपां गुरु साहिब जी दे कोल आके सजदे हाँ, उदों ये जिहड़े सवास आ ते समा है होर भी कीमती हो जाता। पर कल्लियां बहण दे नाल नहीं, जो गुरु साहिब जी कहिंदे आ उहनूं ध्यान दे नाल सुन के, सुनन तो बाद समझ के मन के हिरदे विच वसा के इन्हां शब्दां नूं फेर ही जिंदगी नूं सोहना बनाया जा सकदा। गुरबाणी दी विचार नूं आरंभ करिए। प्रथम सिनिमर फतेह प्रवान करनी जी। वाहिगुरु जी का खालसा, वाहिगुरु जी की फतेह। अज दा जो हुक्मनामा साहिब है, ये गुरु अर्जन देव जी महाराज उन्हां दी रसना तो गायन किया होया है, जो कि राग टोडी दे विच 711 अंग तो आरंभ हो के 712 अंग ते संपूर्ण हुंदा है। इस शब्द दे अंदर गुरु अर्जन देव जी ने दस्या, दुनिया दे विच जदों कोई भी इंसान जन्म लैंदा, ਉਹਦੇ ਨਾਲ कुछ ना कुछ घटनावां ਹੁੰਦੀਆਂ ਵਾਪਰਦੀਆਂ। ਹੁਣ ਕਈ ਗੱਲਾਂ ਐਸੀਆਂ ਨੇ ਉਹਨਾਂ ਨੂੰ ਭੁਲਾਉਣਾ ਹੀ ਚੰਗਾ ਹੁੰਦਾ, ਜਿਹੜਾ ਕਿ ਕਈ ਵਾਰ ਐਸਾ ਸਮਾਂ ਹੁੰਦਾ ਇਨਸਾਨ ਤੇ ਕੁਝ ਗੱਲਾਂ ਹੋ ਜਾਂਦੀਆਂ, ਜੇ ਮੁੜ ਮੁੜ ਉਹਨਾਂ ਨੂੰ ਚੇਤੇ ਕਰੀਏ ਤੇ ਜ਼ਿੰਦਗੀ ਜਿਹੜੀ ਆ ਫਿਰ ਨੀਰਸ ਬਣ ਜਾਂਦੀ। ਮੁੜ ਮੁੜ याद कर लेना, कुछ यादां ਇਹੋ ਜਿਹੀਆਂ भी ਹੁੰਦੀਆਂ ਨੇ। पर गुरु अर्जन देव जी महाराज अज दे बचनां अंदर कह रहे आ, हुण कुछ गल्लां ऐसियां ने उन्हां नूं सदा ही चेते रखण दे नाल खुशी मिलदी आ, खेड़ा मिलदा, विकास हुंदा। जे उन्हां नूं भुल जाइए फिर दुख मिलदा। एक याद ऐसी आ जिन्हों चेते करन दे नाल दुख मिलदा, एक याद ऐसी आ जिन्हों चेते करन नाल आनंद मिलदा। जदों आपां कदे बैठे हुन्ने आ, खुशी वालियां गल्लां जिहड़ियां बीते समय 'च होईयां आपदे सज्जणा मित्रां नाल, दोस्तां नाल लंघाए होए पल जिहड़े आ जदों याद आउंदे आ, उदों उन्नी ही खुशी मिलदी आ
ਯਾਦ ਕਰਨ ਦੇ ਨਾਲ ਜਿਹੜੀ ਉਹ ਹੋਣ ਸਮੇਂ ਮਿਲੀ ਸੀ, ਜੋ ਕਰਨ ਸਮੇਂ ਮਿਲੀ ਸੀ, ਸਮਾਂ ਬਿਤਾਉਣ ਨਾਲ ਮਿਲੀ ਸੀ, ਇੱਦਾਂ ਹੀ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਹੁਣ ਇਹੋ ਜਿਹੀ ਯਾਦ ਆ ਰੱਬ ਦੀ, ਜਦੋਂ ਉਹਨੂੰ ਆਪਾਂ ਯਾਦ ਕਰਦੇ ਹਾਂ ਉਦੋਂ ਜ਼ਿੰਦਗੀ ਹੋਰ ਵੀ ਆਨੰਦ ਨਾਲ ਭਰ ਜਾਂਦੀ ਹੈ। ਜਦੋਂ ਆਪਾਂ ਬੈਠੇ ਹੁੰਦੇ ਹਾਂ, ਕਈ ਵਾਰ ਸੋਚਦੇ ਹਾਂ ਚੰਗੀਆਂ ਗੱਲਾਂ ਜਿਹੜੀਆਂ ਹੋਈਆਂ ਸਾਡੇ ਜੀਵਨ ਦੇ ਵਿੱਚ, ਜਿਨ੍ਹਾਂ ਨੇ ਸਾਨੂੰ ਖੁਸ਼ੀ ਦਿੱਤੀ ਸੀ, ਉਹਨਾਂ ਨੂੰ ਯਾਦ ਕਰਨ ਨਾਲ ਓਨੀ ਖੁਸ਼ੀ ਮੁੜ ਮਿਲ ਸਕਦੀ ਆ ਜਿੰਨੀ ਉਹ ਖੁਸ਼ੀ ਮਿਲਣ ਸਮੇਂ ਉਦੋਂ ਮਹਿਸੂਸ ਕੀਤੀ ਗਈ। ਹੁਣ ਦੁਬਾਰਾ ਮੈਂ ਯਾਦ ਕਰਾਂ ਓਨੀ ਖੁਸ਼ੀ ਮੈਨੂੰ ਮੁੜ ਮਿਲੇਗੀ। ਇੱਦਾਂ ਹੀ ਰੱਬ ਦੀ ਜਿਹੜੀ ਯਾਦ ਆ, ਜਦੋਂ ਆਪਾਂ ਉਹਦੀ ਯਾਦ ਵਿੱਚ ਬਹਿੰਦੇ ਹਾਂ ਉਦੋਂ ਜਿਹੜੀ ਖੁਸ਼ੀ ਮਿਲਦੀ ਆ, ਮਨ ਨੂੰ ਆਨੰਦ ਮਿਲਦਾ, ਉਹਨੂੰ ਸ਼ਬਦਾਂ 'ਚ ਨਹੀਂ ਦੱਸਿਆ ਜਾ ਸਕਦਾ। ਜੇ ਉਹਦੀ ਯਾਦ ਨੂੰ ਆਪਾਂ ਭੁਲਾ ਦਿੰਦੇ ਹਾਂ ਫਿਰ ਸਦਾ ਹੀ ਖੁਆਰੀ ਹੁੰਦੀ ਹੈ, ਸਦਾ ਹੀ ਜੀਵਨ ਤਬਾਹ ਹੋ ਜਾਂਦਾ ਬੰਦੇ ਦਾ। ਇਹੀ ਹੁਕਮਨਾਮੇ ਵਿੱਚ ਆ। ਟੋਡੀ ਮਹੱਲਾ ਪੰਜਵਾ। ਰਾਗ ਟੋਡੀ ਹੈ। ਮਹੱਲਾ ਪੰਜਵਾ ਤੋਂ ਭਾਵ ਗੁਰੂ ਅਰਜਨ ਦੇਵ ਜੀ ਦੀ ਬਾਣੀ ਆ। ਹਰ ਬਿਸਰਤ ਸਦਾ ਖੁਆਰੀ। ਹਰ ਬਿਸਰਤ, ਰੱਬ ਨੂੰ ਭੁਲਾ ਕੇ ਦੱਸੋ ਕਿਹਨੇ ਕਦੇ ਮਨ ਨੂੰ ਟਿਕਾ ਪਾਇਆ ਹੈ। ਗੁਰੂ ਅਰਜਨ ਦੇਵ ਜੀ ਪੁੱਛ ਰਹੇ ਆ ਹੁਣ, ਦੱਸੋ ਖਾਂ ਭਲਾ ਰੱਬ ਨੂੰ ਭੁਲਾ ਕੇ ਕਿਹੜੇ ਬੰਦੇ ਨੇ ਆਪਦੇ ਮਨ ਨੂੰ ਟਿਕਾ ਲਿਆ ਅੱਜ ਤੱਕ? ਨਹੀਂ, ਹੋ ਨਹੀਂ ਸਕਦਾ, ਇੰਪੋਸੀਬਲ ਆ। ਹਰ ਬਿਸਰਤ ਸਦਾ ਖੁਆਰੀ। ਇਹ ਵਾਹਿਗੁਰੂ ਜੀ, ਤੁਹਾਨੂੰ ਭੁਲਾਇਆ ਸਦਾ ਮਾਇਆ ਦੇ ਹੱਥੋਂ ਬੇਪਤੀ ਹੁੰਦੀ ਆ। ਮੈਂ ਰੁਲ ਜਾਨਾ ਭਾਵ ਕਿ ਆਖਾਂ ਜੀਵਾਂ ਵਿਸਰੈ ਮਰ ਜਾਓ। ਜੇ ਮੈਂ ਕਹਿੰਦਾ ਹਾਂ ਵਾਹਿਗੁਰੂ ਮੈਂ ਜਿਉਣਾ, ਜੇ ਮੈਂ ਤੈਨੂੰ ਭੁੱਲਦਾ ਨਾ ਮੈਂ ਮਰਦਾ ਹਾਂ। ਭਾਵ ਮੇਰੀ ਆਤਮਿਕ ਜੀਵਨ ਮੇਰਾ ਜਿਹੜਾ ਖਤਮ ਹੋ ਜਾਂਦਾ। ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਵਿਆਪੈ, ਜਾ ਕੋ ਓੜ ਤੁਹਾਰੀ। ਜਿਵੇਂ ਕਿ ਬੇਬੇ ਨਾਨਕੀ ਜੀ ਸਨ, ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੀ ਉਦਾਸੀ ਕੀਤੀ ਆ ਨਾ, ਕਹਿਣ ਲੱਗੇ ਵੀਰ ਜੇ ਤੁਸੀਂ ਜਾਣ ਲੱਗੇ ਹੋ ਨਾ ਤੇ ਉਸ ਤੋਂ ਬਾਅਦ ਮੇਰਾ ਜੀਵਨ ਕਿੱਦਾਂ ਦਾ ਹੋਏਗਾ। ਹੁਣ ਮੈਂ ਤੁਹਾਡੇ ਕੋਲ ਰਹਿੰਦੀ ਹਾਂ, ਜੇ ਤੁਸੀਂ ਚਲੇ ਜਾਂਦੇ ਹੋ, ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਿਮਾਣੀ। ਮੈਂ ਬੇਇੱਜ਼ਤ ਹੁੰਨੀ ਹਾਂ। ਜੇ ਤੁਸੀਂ ਮੈਥੋਂ ਖੁੱਸਦੇ ਹੋ, ਮੈਂ ਬੇਇੱਜ਼ਤ ਹੁੰਨੀ ਹਾਂ। ਖਰੀ ਨਿਮਾਣੀ, ਤੁਧ ਬਿਨ ਖਰੀ ਨਿਮਾਣੀ। ਜ਼ਿੰਦਗੀ ਉਹ ਹੁੰਦੀ ਹੈ ਜਿਹਦੇ ਵਿੱਚ ਕੋਈ ਇੱਜ਼ਤ ਨਹੀਂ। ਗੁਰੂ ਦੀ ਸ਼ਰਨ ਪਏ ਤੋਂ ਬਿਨਾਂ ਸੱਚ ਕਰਕੇ ਮੰਨੋ ਇਹ ਗੱਲ ਨੂੰ, ਜਿਹੜੀ ਮਾਇਆ ਨਾਲ ਇੱਜ਼ਤ ਆ ਉਹ ਹੋਰ ਤਰ੍ਹਾਂ ਦੀ ਹੁੰਦੀ ਹੈ। ਪਰ ਜਿਹੜੀ ਇਹ ਇੱਜ਼ਤ ਆ ਇਹ ਨਹੀਂ ਤੁਹਾਨੂੰ ਕਿਤੇ ਮਿਲੇਗੀ ਹੋਰ। ਜਿਹੜੀ ਭਗਤ ਰਵਿਦਾਸ ਜੀ ਨੂੰ ਮਿਲੀ ਆ, ਪੈਸੇ ਹੈ ਨਹੀਂ ਉਹਨਾਂ ਕੋਲ ਤਾਂ ਵੀ ਮਿਲੀ ਆ। ਭਗਤ ਕਬੀਰ ਜੀ ਨੂੰ ਮਿਲੀ ਸੀ। 14 ਭਗਤ ਸਾਡੇ ਗਰੀਬ ਹੀ ਆ, ਇੱਕ ਭਗਤ ਅਮੀਰ ਆ, ਭਗਤ ਪੀਪਾ ਜੀ ਬਸ। ਬਾਕੀ 14 ਸਾਰੇ ਗਰੀਬ ਹੀ ਸੀ। ਕਿ ਉਹਨਾਂ ਦੇ ਸ਼ੌਂਕ ਨਹੀਂ ਸੀ ਮਹਿੰਗੇ ਕੱਪੜੇ ਪਾਉਣੇ, ਵਧੀਆ ਜੀਵਨ ਜਿਉਣਾ, ਕਿ ਉਹਨਾਂ ਦੇ ਸ਼ੌਂਕ ਨਹੀਂ ਸੀ ਇਹ ਸਾਰੇ। ਨਹੀਂ, ਉਹਨਾਂ ਦੇ ਸ਼ੌਂਕ ਨਹੀਂ ਸੀ। ਉਹਨਾਂ ਦਾ ਇੱਕ ਹੀ ਸ਼ੌਂਕ ਸੀ। ਉਹ ਕਿਹੜਾ ਸੀ? ਇੱਕ ਸ਼ੌਂਕ ਬੰਦਗੀ ਦਾ ਬਸ। ਤੇਰੀ ਭਗਤ ਨ ਛੋਡੋ ਭਾਵੇਂ ਲੋਕ ਹੱਸੈ। ਹੇ ਗੁਰੂ ਨਾਨਕ ਜੀ, ਜੇ ਤੁਸੀਂ ਮੇਰੇ ਕੋਲ ਨਹੀਂ ਰਹਿੰਦੇ ਮੈਂ ਮਰਦੀ ਹਾਂ। ਤੁਧ ਬਿਨ ਖਰੀ ਨਿਮਾਣੀ। ਜਨਮ ਸਾਖੀ। ਤੁਧ ਬਿਨ ਖਰੀ ਨਿਮਾਣੀ। ਬੇਇੱਜ਼ਤ ਆ ਮੇਰੀ ਜ਼ਿੰਦਗੀ ਕਿ ਤੁਸੀਂ ਮੈਥੋਂ ਖੁੱਸਦੇ ਹੋ। ਫਿਰ ਉਹਨਾਂ ਆਖਿਆ ਨਹੀਂ,
ਸਰੀਰਾਂ ਦਾ ਤਾਂ ਸਦਾ ਸਾਥ ਨਹੀਂ ਹੁੰਦਾ, ਇਹਨਾਂ ਦੀ ਕੋਈ ਗਰੰਟੀ ਨਹੀਂ ਹੁੰਦੀ। ਸਰੀਰ ਨਾਲ ਜੁੜਨਾ ਚਾਹੋਗੇ, ਜੁੜ ਨਾ ਪਾਓਗੇ ਮੇਰੇ ਨਾਲ ਕਦੇ। ਮੇਰੇ ਸ਼ਬਦ ਨਾਲ ਜੁੜੋਗੇ, ਕਦੇ ਨਹੀਂ ਵਿਛੜ ਸਕਦੇ। ਬਾਬੇ ਆਖਿਆ, ਬੇਬੇ ਨਾਨਕੀ ਆਖਿਆ, ਮੈਂ ਤੁਧ ਬਿਨ ਖਰੀ ਨਿਮਾਣੀ, ਤੁਧ ਬਿਨ ਖਰੀ ਨਿਮਾਣੀ। ਬੇਇੱਜ਼ਤ ਆ ਮੇਰੀ ਜ਼ਿੰਦਗੀ, ਤੁਹਾਡੇ ਤੋਂ ਬਿਨਾਂ ਕੋਈ ਇੱਜ਼ਤ ਨਹੀਂ ਉਹਦੀ। ਤੁਧ ਬਿਨ ਖਰੀ ਨਿਮਾਣੀ ਹਾਂ। ਬਾਬੇ ਆਖਿਆ, ਜਦੋਂ ਯਾਦ ਕਰੋਗੇ ਸਾਹਮਣੇ ਪਾਉਂਗੇ। ਸ਼ਬਦ ਵਿੱਚ ਇਹੋ ਜਿਹਾ ਜਾਦੂ ਆ ਕਿ ਭਗਤਾਂ ਨੂੰ ਨਹੀਂ ਸੀ ਸ਼ੌਂਕ ਇਹ ਵਾਲੀ ਜ਼ਿੰਦਗੀ ਜਿਉਣ ਦਾ, ਸੋਹਣੇ ਕੱਪੜੇ ਪਾਉਣ ਦਾ, ਵਧੀਆ ਭੋਜਨ ਖਾਣ ਦਾ। ਨਹੀਂ, ਇੱਕ ਸ਼ੌਂਕ ਲੈ ਕੇ ਆਏ ਸੀ, ਉਹੀ ਸ਼ੌਂਕ ਸੀ ਉਹ ਬੰਦਗੀ ਦਾ, ਇਬਾਦਤ ਦਾ, ਬਸ ਹੋਰ ਕੋਈ ਨਹੀਂ। ਤਾਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ। ਇੱਥੇ ਵਾਹਿਗੁਰੂ ਤੇਰੀ ਓਟ ਆ ਨਾ, ਉੱਥੇ ਕਿਵੇਂ ਮੈਨੂੰ ਕੋਈ ਵਿਕਾਰ ਧੋਖਾ ਦੇ ਜਾਏਗਾ, ਕਿਵੇਂ ਕੋਈ ਮੈਨੂੰ ਭਰਮਾਲੇਗਾ। ਕੋਈ ਨਹੀਂ ਮੈਨੂੰ ਭਰਮਾ ਸਕਦਾ, ਕੋਈ ਗੁੱਸਾ ਨਹੀਂ ਮੈਨੂੰ ਆ ਸਕਦਾ, ਕੋਈ ਕੁਝ ਕਹੀ ਜਾਵੇ। ਜਿੰਨਾ ਮਰਜ਼ੀ ਰੰਗ ਰੂਪ ਹੋਵੇ, ਬਾਸ਼ਨਾ ਨਹੀਂ ਮੈਨੂੰ ਅੰਦਰ ਲਿਜਾ ਸਕਦੀ ਆਪਦੇ। ਕੋਈ ਫਰਕ ਨਹੀਂ, ਫਿਰ ਸਾਰੇ ਉਹਦੇ ਹੀ ਆ, ਸਾਰੇ ਉਹਦੇ ਹੀ ਆ। ਕੋਈ ਹੰਕਾਰ ਨਹੀਂ ਆ ਸਕਦਾ। ਪਤਾ ਮੈਂ ਰੇਤ ਦੀ ਕੰਧ ਆ, 4 ਦਿਨਾਂ ਦਾ ਪ੍ਰਾਹੁਣਾ, ਮਦਾਰੀ ਦੀ ਡੁਗਡੁਗੀ ਆਏ, ਸ਼ੇਰ ਮੇਲਾ ਦੁਨੀਆ, ਪਾਣੀ ਦਾ ਬੁਲਬੁਲਾ ਹਾਂ। 4 ਦਿਵਸ ਕੇ ਪ੍ਰਾਹੁਣੇ ਆ, ਉਮਰੇ ਦਰਾਜ मांग कर लाए थे 4 दिन। कुछ आरजू में कट गई, कुछ इंतजार में। थोड़ी जी जिंदगी है, समझ आ गई, हुण नहीं हो होना। हुण ताको धोखा कहाँ व्यापै। हुण किवें कोई विकार मैनू धोखा कर लूगा मेरे नाल, जदों जाको ओट तुहारी, जदों ओट तुहाडी होगी, किरपा तुहाडी होगी। इस करके गुरु प्यारिओ, ਜਿਹੜੀ ਸਾਡੀ ਜ਼ਿੰਦਗੀ ਆ ਉਹਦੇ ਵਿੱਚ ਬਿਤਾਏ ਹੋਏ ਸੋਹਣੇ ਪਲ, ਉਹਨਾਂ ਨੂੰ ਜਦੋਂ ਯਾਦ ਕਰਦੇ ਹਾਂ ਓਨੀ ਖੁਸ਼ੀ ਮੁੜ ਮਿਲਦੀ ਆ। ਜਿਹੜੇ ਸਾਡੇ ਜ਼ਿੰਦਗੀ ਦੇ ਸੋਹਣੇ ਪਲ ਸੀਗੇ, ਜਦੋਂ ਯਾਦ ਕਰਦੇ ਹਾਂ ਸ਼ਾਂਤੀ ਮਿਲਦੀ ਹੈ, ਖੁਸ਼ੀ ਮਿਲਦੀ ਹੈ। ਜਦੋਂ ਮਾੜਾ ਵਕਤ ਚੇਤੇ ਆਉਂਦਾ, ਬੁਰੇ ਬੰਦੇ ਚੇਤੇ ਆਉਂਦੇ ਆ, ਫਿਰ ਸਾਨੂੰ ਕੀ ਹੁੰਦਾ, ਅਸੀਂ ਵੇਖਦੇ ਹਾਂ ਦੁੱਖ ਮਿਲਦਾ। ਤਾਂ ਕੀ ਇਹ ਗੱਲ ਫਿਰ ਸਮਝ ਨਹੀਂ ਪਾਏ ਅਸੀਂ ਕਿ ਯਾਦ ਹੀ ਸੁੱਖ ਦਿੰਦੀ ਆ ਅਤੇ ਯਾਦ ਹੀ ਦੁੱਖ ਦਿੰਦੀ ਆ। ਗੁਰੂ ਅਰਜਨ ਦੇਵ ਜੀ, ਯਾਦਾਂ ਹੀ ਬੰਦੇ ਨੂੰ ਦੁਖੀ ਕਰਦੀਆਂ ਨੇ, ਸਾਨੂੰ ਦੁਖੀ ਕੀਤਾ ਹੈ। ਯਾਦਾਂ ਹੀ ਬੰਦੇ ਨੂੰ ਦੁੱਖ ਦਿੰਦੀਆਂ ਨੇ, ਦੁੱਖ ਦਿੱਤਾ ਹੈ ਸਾਨੂੰ ਯਾਦਾਂ। ਜਿਹੜੇ ਸੋਹਣੇ ਪਲ ਬਿਤਾਏ ਸੀ, ਉਹਨਾਂ ਦੇ ਵਿੱਚ ਜੋ ਹੋਇਆ ਮੁੜ ਖੁਸ਼ੀ ਦੁਆਰਾ ਮਿਲੀ ਆ। ਚੇਤੇ ਕਰੀਏ ਅੱਜ ਵੀ, ਜੋ ਬੁਰਾ ਵਕਤ ਸੀ ਕਿਸੇ ਨੇ ਵਧੀਕੀ ਕੀਤੀ, ਚੇਤੇ ਕਰੀਏ ਦੁੱਖ ਅੱਜ ਵੀ ਮਿਲਦਾ। ਤਾਂ ਕੀ ਯਾਦ ਹੀ ਦੁੱਖ ਨਹੀਂ ਹੁੰਦੀ, ਯਾਦ ਹੀ ਸੁੱਖ ਨਹੀਂ ਹੁੰਦੀ? ਬਿਲਕੁਲ, ਉਹਦੀ ਯਾਦ ਹੀ ਸੌਖਾ, ਵਾਹਿਗੁਰੂ ਦੀ ਯਾਦ ਹੀ ਸੌਖਾ, ਉਹਨੂੰ ਭੁੱਲ ਜਾਣਾ ਹੀ ਦੁੱਖ ਆ। ਵਾਹਿਗੁਰੂ ਦੀ ਯਾਦ ਹੀ ਸਵਰਗ ਆ। ਸਵਰਗ ਹੋਰ ਕੁਝ ਨਹੀਂ, ਉਹਨੂੰ ਚੇਤੇ ਕਰਨਾ ਹੀ ਸਵਰਗ ਆ। ਨਰਕ ਹੋਰ ਕੁਝ ਨਹੀਂ, ਉਹਨੂੰ ਭੁੱਲ ਜਾਣਾ ਹੀ ਨਰਕ ਆ। ਤਾਕੋ ਧੋਖਾ ਕਹਾਂ ਵਿਆਪੈ, ਜਾਕੋ ਓਟ ਤੁਹਾਰੀ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਰਹਾਓ ਤੋਂ ਬਾਅਦ ਕਹਿ ਰਹੇ ਆ, ਤੇਰੀ ਯਾਦ ਤੋਂ ਬਿਨਾਂ ਜ਼ਿੰਦਗੀ ਜਿਉਣੀ ਇਉਂ ਆ ਜਿਵੇਂ ਸੱਪ ਦੀ ਜ਼ਿੰਦਗੀ ਆ, ਜਿਵੇਂ ਜ਼ਹਿਰ ਨਾਲ ਭਰਿਆ ਹੋਇਆ ਸਰਪ ਆ ਅਤੇ ਉਹਦੀ ਜ਼ਿੰਦਗੀ ਹੁੰਦੀ ਆ। ਸਿਮਰਨ ਤੋਂ ਬਿਨਾਂ ਤਾਂ ਜ਼ਿੰਦਗੀ ਇਵੇਂ ਹੁੰਦੀ ਆ, ਫਿਰ ਜ਼ਹਿਰ ਸਾਰੀ ਉਮਰ ਘੋਲੀ ਚੱਲੋ, ਦੂਜਿਆਂ ਨੂੰ ਡੰਗ ਮਾਰੀ ਚੱਲੋ, ਖੁਦ ਜ਼ਹਿਰ ਨਾ ਭਰੇ ਰਹੋ, ਦੂਜਿਆਂ ਨੂੰ ਜ਼ਹਿਰ ਚੜ੍ਹਾਈ ਚੱਲੋ। ਨਵ ਖੰਡਣ ਕੋ ਰਾਜ ਕਮਾਵੇ, ਅੰਤ ਚੱਲੇ ਗੁਹਾਰੀ। ਮਾਫ ਕਰਨਾ, ਪਰ ਬਹੁਤੇ ਲੋਕ ਸਰਪ ਹੀ ਹੁੰਦੇ ਆ, ਰੱਬ ਦੀ ਯਾਦ ਤੋਂ ਬਿਨਾਂ ਸੱਪ ਵਰਗੇ ਹੁੰਦੇ ਆ।
ਮਨੁੱਖ ਹੁੰਦੇ ਆ, ਪਰ ਮਨੁੱਖ ਹੋ ਕੇ ਵੀ ਉਹ ਸੱਪ ਹੀ ਹੁੰਦੇ ਆ। ਬਿਨ ਸਿਮਰਨ ਜੋ ਜੀਵਨ ਬਲਣਾ, ਬਿਨਾਂ ਤੇਰੀ ਯਾਦ ਤੋਂ ਜਿਹੜੇ ਲੋਕ ਜ਼ਿੰਦਗੀ ਜਿਉਂ ਰਹੇ ਆ ਉਹ ਸੱਪ ਹੀ ਆ। ਸਰਪ ਜੈਸੇ ਅਰਜਾਰੀ, ਸੱਪ ਦੀ ਉਮਰ ਭਾਵੇਂ ਬਹੁਤ ਲੰਮੀ ਹੁੰਦੀ ਹੈ, ਪਰ ਕੰਮ ਉਹਦੇ ਜ਼ਹਿਰ ਵਾਲੇ ਹੀ ਹੁੰਦੇ ਆ, ਕੰਮ ਕੋਈ ਚੱਜ ਅਚਾਰ ਦੇ ਨਹੀਂ ਹੁੰਦੇ। ਨਵ ਖੰਡਨ ਕੋ ਰਾਜ ਕਮਾਵੇ, ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੁਹਾਰੀ। ਭਾਵੇਂ ਕੋਈ ਧਰਤੀ ਦੇ 9 ਹਿੱਸੇ ਜਿੱਤ ਲਵੇ, ਇੰਨਾ ਰਾਜ ਕਮਾ ਲਵੇ, ਪਰ ਜੇ ਉਹ ਰੱਬ ਨੂੰ ਯਾਦ ਨਹੀਂ ਕਰਦਾ ਤਾਂ ਮੂਰਖ ਆ। ਅੰਤ ਚਲੇ ਗੁਹਾਰੀ, ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕੋ ਕਿਰਪਾ ਧਾਰੀ। ਜਿਹਦੇ ਤੇ ਮਾਲਕ ਦੀ ਕਿਰਪਾ ਹੋ ਗਈ, ਬਖਸ਼ਿਸ਼ ਹੋ ਗਈ, ਉਹਨੇ ਗੁਣਾਂ ਨੂੰ ਗਾਇਆ ਵਾ, ਉਹਨੇ ਜਪਜੀ ਸਾਹਿਬ ਪੜ੍ਹਿਆ। ਦੂਜਿਆਂ ਨੇ ਕਿਹਾ ਕਿ ਨਹੀਂ ਸਮਾਂ ਹੈ ਨਹੀਂ, ਦੂਜਿਆਂ ਨੇ ਕਹਿਤਾ ਹੋਰ ਕੰਮ ਆ ਮੈਨੂੰ, ਵਿਹਲੇ ਹੋ ਕੇ ਵੀ ਅਸੀਂ ਵਿਹਲੇ ਨਹੀਂ। ਜਦੋਂ ਕਿਰਪਾ ਹੋਈ ਉਦੋਂ ਸਮੇਂ 'ਚੋਂ ਸਮਾਂ ਕਢਾਤਾ ਰੱਬ ਨੇ, ਮੈਂ ਆ ਗਿਆ ਸੰਗਤ ਵਿੱਚ। ਜਦੋਂ ਕਿਰਪਾ ਨਹੀਂ ਸੀ ਉਦੋਂ ਸਮਾਂ ਹੀ ਨਹੀਂ ਸੀ ਕੱਢ ਪਾਉਂਦਾ, ਭਾਵੇਂ ਮੈਂ ਵਿਹਲਾ ਸੀ। ਇਹ ਚੀਜ਼ ਨੂੰ ਐਵੇਂ ਸਮਝੋ, ਭਾਵੇਂ ਮੈਂ ਸਾਰਾ ਦਿਨ ਵਿਹਲਾ ਹੀ ਸੀ, ਜਦੋਂ ਤੇਰੀ ਕਿਰਪਾ ਨਹੀਂ ਹੋਈ ਮੈਂ ਸੰਗਤ ਵਿੱਚ ਨਹੀਂ ਆ ਪਾਇਆ। ਜਦੋਂ ਤੇਰੀ ਕਿਰਪਾ ਹੋ ਗਈ ਮੈਂ ਕੰਮ 'ਚੋਂ ਵੀ ਤੈਨੂੰ ਯਾਦ ਕਰਨ ਲਈ ਸਮਾਂ ਕੱਢ ਲਿਆ, ਜਦੋਂ ਕਿਰਪਾ ਹੋ ਗਈ। ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕੋ ਕਿਰਪਾ ਧਾਰੀ। ਰੱਬ ਦੇ ਗੁਣ ਉਹਨੇ ਹੀ ਗਾਏ ਅਸਲ ਵਿੱਚ ਜਿਹਦੇ ਤੇ ਉਹਦੀ ਬਖਸ਼ਿਸ਼ ਹੋ ਗਈ ਆ, ਕਿਰਪਾ ਹੋਈ ਆ। ਮੈਂ ਸਾਰਾ ਦਿਨ ਵਿਹਲਾ ਰਹਿੰਦਾ ਸੀ, ਕੋਈ ਮੈਨੂੰ ਕੰਮ ਨਹੀਂ ਸੀ, ਵਿਹਲਾ ਹੋ ਕੇ ਵੀ ਮੈਂ ਵਿਹਲਾ ਨਹੀਂ ਸੀ ਨਾਮ ਜਪਣ ਨੂੰ, ਉਹਦੀ ਕਿਰਪਾ ਨਹੀਂ ਸੀ। ਕਿਉਂਕਿ ਹੁਣ ਮੈਂ ਕੰਮ ਵੀ ਕਰਦਾ, ਕਿਰਤ ਵੀ ਕਰਦਾ, ਖੇਤੀਬਾੜੀ ਵੀ ਕਰਦਾ, ਸਭ ਕੁਝ ਕਰਦਾ। ਹੁਣ ਮੈਂ ਤੈਨੂੰ ਯਾਦ ਕਰਨ ਲਈ ਸਮਾਂ ਵੀ ਕੱਢਦਾ, ਹੁਣ ਮੈਂ ਕੰਮ ਕਰਦਾ ਹੋਇਆ ਵੀ ਤੈਨੂੰ ਚੇਤੇ ਕਰ ਲੈਣਾ। ਹੁਣ ਤੇਰੀ ਕਿਰਪਾ ਹੋ ਗਈ, ਪਹਿਲਾਂ ਮੈਂ ਵਿਹਲਾ ਹੋ ਕੇ ਵੀ ਨਹੀਂ ਸੀ ਕਰਦਾ, ਕਿਉਂਕਿ ਉਦੋਂ ਕਿਰਪਾ ਨਹੀਂ ਸੀ ਹੋਈ। ਸੋ ਸੁਖੀਆ ਧਨ ਉਸ ਜਨਮ, ਅਖੀਰਲੀ ਪੰਕਤੀ, ਸੋ ਸੁਖੀਆ ਧਨ ਉਸ ਜਨਮ। ਬਹੁਤ ਸੁਖੀਆ ਉਹ ਬੰਦਾ ਜਿਹਨੂੰ ਰੱਬ ਦੀ ਯਾਦ ਹੀ ਮਿਲ ਗਈ। ਜੇ ਤੈਨੂੰ ਬੰਦਿਆ ਰੱਬ ਦੀ ਯਾਦ ਮਿਲ ਜੇ, ਹੋਰ ਦੱਸ ਤੈਨੂੰ ਕੀ ਚਾਹੀਦਾ। ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਵਿੱਚ ਆਏ ਸੀ। ਇੱਕ ਦਿਨ ਇੱਕ ਕਿਤਾਬ ਲੈ ਕੇ ਆਏ, ਬਹੁਤ ਸੋਹਣੀ ਕਿਤਾਬ ਸੀ। ਨਾਮ ਉਹਦਾ ਰੱਖਤਾ ਬੰਦਗੀ ਨਾਮਾ। ਭਜਨ ਬੰਦਗੀ ਬਿਨਾ ਹੋਰ ਖਿਆਲ ਦਿਲ 'ਚ ਨਾ ਲਿਆ ਬੰਦਿਆ, ਉਹਨੂੰ ਹੀ ਮੁੜ ਮੁੜ ਚੇਤੇ ਕਰ। ਕੀ ਤੈਨੂੰ ਸਮਝ ਨਹੀਂ, ਯਾਦਾਂ ਹੀ ਦੁੱਖ ਦਿੰਦੀਆਂ ਨੇ, ਯਾਦਾਂ ਹੀ ਸੁੱਖ ਦਿੰਦੀਆਂ ਨੇ। ਬੁਰੇ ਵਕਤ ਦੀ ਯਾਦ ਆਉਂਦੀ ਆ, ਦੁੱਖ ਮਿਲਦਾ। ਚੰਗੇ ਬਿਤਾਏ ਪਲ ਯਾਦ ਆਉਂਦੇ ਆ, ਸੁੱਖ ਮਿਲਦਾ। ਜੇ ਤੈਨੂੰ ਅਸਲੀ ਚੀਜ਼ ਸਮਝ ਆਵੇ, ਰੱਬ ਦੀ ਯਾਦ ਹੀ ਮਿਲ ਜੇ, ਤੈਨੂੰ ਪਤਾ ਲੱਗ ਜੂ ਯਾਦ ਹੀ ਸੁੱਖ ਹੁੰਦੀ ਹੈ। ਭਾਈ ਨੰਦ ਲਾਲ ਜੀ ਕਿਤਾਬ ਅੱਗੇ ਕੀਤੀ ਮਹਾਰਾਜ ਦੇ, ਗੁਰੂ ਗੋਬਿੰਦ ਸਿੰਘ ਜੀ ਦੇ। ਉਹਨਾਂ ਪੜ੍ਹੀ, ਪਿਆਰੇ ਪ੍ਰੀਤਮ ਨੇ ਆਪਦੇ ਪੱਥੇ 'ਚੋਂ ਤੀਰ ਕੱਢਿਆ, ਤੀਰ ਕੱਢ ਕੇ ਕਿਤਾਬ ਦੇ ਉੱਪਰ ਇੱਕ ਅੱਖਰ ਲਿਖੇ। ਕੀ ਸੀ ਉਹ? ਜ਼ਿੰਦਗੀ ਨਾਮਾ। ਕਹਿੰਦੇ ਨੰਦ ਲਾਲ ਜੀ ਇਹ ਬੰਦਗੀ ਨਾਮਾ ਨਹੀਂ, ਇਹ ਜ਼ਿੰਦਗੀ ਨਾਮਾ। ਜਿਹੜਾ ਇਹਨੂੰ ਪੜ੍ਹੂਗਾ ਉਹਨੂੰ ਜ਼ਿੰਦਗੀ ਮਿਲੂਗੀ, ਜਿਹੜਾ ਵੀ ਇਹਨੂੰ ਪੜ੍ਹੂਗਾ। ਤਾਂ ਉਹਦੇ ਵਿੱਚ ਹੀ ਲਿਖਿਆ, ਬੰਦਿਆ ਜੇ ਤੈਨੂੰ ਰੱਬ ਦੀ ਯਾਦ ਪ੍ਰਾਪਤ ਹੋ ਜੇ, ਸਮਝ ਲਈ ਤੇਰੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਗਿਆ। ਚਾਹੇ ਘਰ ਵਿੱਚ ਲੂਣ ਹੈਗਾ ਤੇ ਚਾਹੇ ਨਹੀਂ, ਅਸਲੀ ਵੱਡੀ ਮੁਸ਼ਕਲ ਦਾ ਹੱਲ ਹੋ ਗਿਆ। ਇਹ ਚੀਜ਼ਾਂ ਦੇ ਹੱਲ ਹੋਣੇ ਹੋ ਜਾਂਦੇ ਆ। ਹੱਥ ਪੈਰ ਚਲਾਓ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਬਾਣੀ ਕਹਿੰਦੀ ਦੂਜੇ ਦੀ ਬਣੀ ਕੋਠੀ ਵੇਖ ਕੇ ਦਿਲ ਛੋਟਾ ਨਾ ਕਰ। ਐ ਹਰਖਵਾਦ ਨ ਕੀਜੈ ਰੇ ਮਨ। ਜੇ ਕਿਸੇ ਦੇ ਨਾਲ ਤੇਰੇ ਵਧੀਆ ਕੋਠੀ ਪਈ ਆ, ਵਧੀਆ ਮਕਾਨ ਆ, ਤੂੰ ਐਵੇਂ ਨਾ ਕਹਿ। ਉਹਦੀ ਖੁਸ਼ੀ 'ਚ ਖੁਸ਼ੀ ਮਨਾ, ਉਹਦੀ ਖੁਸ਼ੀ 'ਚ ਖੁਸ਼ ਹੋ, ਰੱਬ ਤੈਨੂੰ ਦਊਗਾ। ਨਾਲੇ ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਤੈਨੂੰ ਵੀ ਹੱਥ ਉਹਨੇ ਦਿੱਤੇ ਸੀਗੇ, ਕੋਠੀ ਤੇਰੀ ਵੀ ਬਣ ਸਕਦੀ ਆ ਜੇ ਤੂੰ ਉਹਦੇ ਦੱਸੇ ਮੁਤਾਬਕ ਚੱਲੇ, ਕਿਰਤ ਸਹੀ ਕਰੇ, ਉਹ ਤੇਰਾ ਵੀ ਮਕਾਨ ਬਣ ਜੂ। ਬਾਹਲਾ ਵੱਡੀਆਂ ਗੱਲਾਂ ਨਹੀਂ ਇਹ।
असली चीज़ की है, ਉਹਦੀ याद मिलनी ਜਿਹੜੀ ਬਾਣੀ ਸਾਨੂੰ ਦੱਸ ਰਹੀ ਆ। ਇੱਕ ਛੋਟੀ ਜਿਹੀ ਕਹਾਣੀ ਮੈਂ ਤੁਹਾਨੂੰ ਕਹਾਂ, ਸਮਝ ਆਊਗੀ ਜ਼ਿੰਦਗੀ ਦੀ। ਇੱਕ ਕਿਤਾਬ ਪੜ੍ਹ ਰਿਹਾ ਸੀ, ਗੋਰਿਆਂ ਦੀ ਕਿਤਾਬ ਆ ਦੀ 4 ਐਗਰੀਮੈਂਟਸ, 4 ਇਕਰਾਰਨਾਮੇ ਬੰਦੇ ਆ। ਚੰਗੀ ਗੱਲ ਹੋਵੇ ਕਿਤੋਂ ਵੀ ਤੁਹਾਨੂੰ ਮਿਲੇ ਨਾ, ਗੁਰੂ ਦੇ ਬਚਨਾਂ ਨੂੰ ਸਾਂਭ ਕੇ ਰੱਖ ਲਓ, ਉਹਨੂੰ ਵਸਾ ਲਓ ਦਿਲ 'ਚ। ਜਿਹੜੇ ਸ਼ਬਦ ਆ ਸਾਡੇ ਸ਼ਬਦ, ਇਹਨਾਂ ਨਾਲ ਆਪਾਂ ਦੂਜੇ ਨੂੰ ਸੁਨੇਹਾ ਤਾਂ ਦਿੰਦੇ ਹਾਂ, ਪਰ ਜਦੋਂ ਆਪਾਂ ਸੁਨੇਹਾ ਦੇ ਰਹੇ ਹੁੰਦੇ ਹਾਂ, ਇਹਨਾਂ 'ਤੇ ਇੰਨਾ ਖਿਆਲ ਰੱਖਣਾ ਚਾਹੀਦਾ। ਤੁਹਾਨੂੰ ਨਹੀਂ ਪਤਾ ਵੀ ਇਹ ਸ਼ਬਦ ਜਿਹੜੇ ਆ ਕਿਸੇ ਬੰਦੇ ਨੂੰ ਇੱਥੋਂ ਤੱਕ ਤੋੜ ਕੇ ਰੱਖ ਸਕਦੇ ਆ, ਉਹ ਸਾਰੀ ਜ਼ਿੰਦਗੀ ਉੱਠ ਨਹੀਂ ਸਕਦਾ। ਜਿਹੜੇ ਸ਼ਬਦ ਆ, ਸੁਨੇਹਾ ਉਹਦੇ ਵਿੱਚ ਗੱਲ ਇਹ ਲਿਖੀ ਆ ਕਿਤਾਬ ਦਾ, ਜਿਹੜਾ ਕੇਂਦਰੀ ਭਾਵ ਆ, ਦੂਜੇ ਨੂੰ ਵੀ ਆਪਾਂ ਦਿੰਦੇ ਹਾਂ ਅਤੇ ਖੁਦ ਨੂੰ ਵੀ ਆਪਾਂ ਸੁਨੇਹਾ ਦਿੰਦੇ ਹਾਂ। ਇਹ ਸੁਨੇਹਾ ਚੰਗਾ ਹੋਣਾ ਚਾਹੀਦਾ। ਇੱਕ ਔਰਤ ਸੀ, ਕੋਈ ਇਸਤਰੀ ਸੀ, ਆਫਿਸ ਦੇ ਵਿੱਚ ਉਹ ਕੰਮ ਕਰਦੀ ਸੀ। ਕਈ ਵਾਰੀ ਇੱਦਾਂ ਹੁੰਦਾ ਵੀ ਕੰਮ 'ਤੇ ਆਪਾਂ ਖਿਝ ਜਾਂਦੇ ਹਾਂ। ਉਹ ਖਿਝ ਗਈ ਉਸ ਦਿਨ। ਉਹਦੀ ਛੋਟੀ ਜਿਹੀ ਬੱਚੀ ਸੀ 5-6 ਸਾਲ ਦੀ, ਅਤੇ ਉਹ ਘਰ ਵਿੱਚ ਆਉਂਦੀ ਆ ਅਤੇ ਕੰਮ ਤੋਂ ਖਿਝੀ ਹੋਈ ਆ ਪੂਰੀ। ਉਹ ਕਈ ਵਾਰ ਬੰਦਾ ਖਿਝ ਜਾਂਦਾ, ਬੰਦੇ ਦਾ ਮਨ ਛੋਟਾ ਵੱਡਾ ਹੁੰਦਾ ਰਹਿੰਦਾ। ਖਿਨ ਤੋਲਾ ਖਿਨ ਮਾਸਾ, ਕਦੇ ਇਹ ਖੁਸ਼ੀ 'ਚ ਹੋਊਗਾ, ਉਹੀ ਬੰਦਾ ਤੁਹਾਨੂੰ ਕਿਸੇ ਦਿਨ ਬਹੁਤ ਕ੍ਰੋਧ 'ਚ ਮਿਲੂ ਜਿਹੜਾ ਅੱਜ ਖੁਸ਼ ਆ। ਉਹ ਬਹੁਤ ਗੁੱਸੇ ਵਿੱਚ ਸੀ, ਅਤੇ ਉਹਦੀ ਜਿਹੜੀ ਛੋਟੀ ਬੱਚੀ ਸੀ ਉਹ ਸੰਗੀਤ ਗਾ ਰਹੀ ਸੀਗੀ ਉਸ ਦਿਨ। ਉਹ ਵਧੀਆ ਗਾਉਂਦੀ ਸੀ, ਬੱਚੇ ਜਿਵੇਂ ਹੁੰਦੇ ਆ, ਗਾ ਰਹੀ ਸੀ। ਇਹ ਜਦੋਂ ਘਰ ਵਿੱਚ ਆਉਂਦੀ ਆ ਅਤੇ ਉਹ ਗੀਤ ਗਾ ਰਹੀ, ਗਾਣਾ ਗਾ ਰਹੀ ਆ, ਅਤੇ ਖਿਝ ਜਾਂਦੀ। ਉਹਦੀ ਮਾਂ ਹੀ ਉਹਦੇ 'ਤੇ ਖਿੱਚਦੀ ਆ, ਕਹਿਣ ਲੱਗੀ ਤੂੰ ਇੰਨਾ ਜ਼ਿਆਦਾ ਭੱਦਾ ਗਾਉਂਦੀ ਆ, ਗੰਦਾ ਗਾਉਂਦੀ ਆ, ਕਦੇ ਨਾ ਗਾਇਆ ਕਰ। ਖਿਜੀ ਵੀ ਸੀ ਕੰਮ ਤੋਂ। ਉਹ ਬੱਚੀ ਨੂੰ ਕਹਿਦਾ, ਉਹਦੇ ਦਿਲ 'ਚ ਵਸ ਗਈ। ਕਿਤਾਬ 'ਚ ਲਿਖਿਆ ਕਹਾਣੀ, ਉਹ ਨਿਆਣੀ ਜਿਹੜੀ ਸੀ ਉਹਦੇ ਦਿਲ 'ਚ ਵਸ ਗਈ। ਬਾਅਦ ਵਿੱਚ ਉਹ ਕਹਿਣ ਲੱਗੀ, ਸੋਚਣ ਲੱਗੀ, ਵਾਕਈ ਮੈਂ ਇੰਨਾ ਗਲਤ ਗਾਉਂਦੀ ਹਾਂ, ਮੇਰੀ ਆਵਾਜ਼ ਇੰਨੀ ਜ਼ਿਆਦਾ ਬਦਸੂਰਤ ਆ। ਉਹਨੇ ਮੁੜ ਕੇ ਕਿਸੇ ਨਾਲ ਗੱਲ ਕਰਨੀ ਵੀ ਬੰਦ ਕੀਤੀ। ਉਹ ਬੱਚੀ ਨੇ, ਉਹ ਖੁੱਲ੍ਹ ਕੇ ਗੱਲ ਵੀ ਨਾ ਕਰ ਪਾਈ। ਜਿਹੜੇ ਹੁਣ ਇਹਦਾ ਮੋਰਲ ਕੀ ਆ, ਜਿਹੜੇ ਸਾਡੇ ਸ਼ਬਦ ਹੁੰਦੇ ਆ, ਬਾਰ-ਬਾਰ ਗੁਰਬਾਣੀ ਕਿਉਂ ਕਹਿੰਦੀ ਆ, ਮਿੱਠ ਬੋਲੜਾ ਜੀ, ਮਿੱਠ ਬੋਲੜਾ ਜੀ, ਸੱਜਣ ਸੁਆਮੀ ਮੋਰਾ, ਉਹ ਸੰਭਲ ਥੱਕੀ ਜੀ, ਕਦੇ ਨਾ ਬੋਲੇ ਕੌਰਾ। ਗੁਰੂ ਕੌੜਾ ਬੋਲਣਾ ਜਾਣਦਾ ਨਹੀਂ, ਗੁਰੂ ਮਿੱਠਾ ਹੀ ਬੋਲਦਾ ਹੈ। ਮਿੱਠੇ ਹਰ ਗੁਣ ਗਾਓ ਜਿੰਦੂ ਤੂੰ, ਮਿੱਠੇ ਹਰ ਗੁਣ ਗਾਓ। ਬਾਰ-ਬਾਰ ਇਹ ਸਾਰੀਆਂ ਚੀਜ਼ਾਂ ਕਿਉਂ ਆਉਂਦੀਆਂ? ਉਹ ਜਿਹੜੀ ਛੋਟੀ ਬੱਚੀ ਸੀ, ਉਹਦੀ ਭਾਵੇਂ ਮਾਂ ਨੇ ਹੀ ਉਹਨੂੰ ਕਿਹਾ, ਸ਼ਬਦ ਮਾਂ ਦੇ ਹੀ ਸੀ ਉਹਦੀ ਦੇ, ਜਿਹਨੇ ਉਹਨੂੰ ਜਣਿਆ ਹੈ, ਜਨਮ ਦਿੱਤਾ, ਕਿ ਤੂੰ ਤਾਂ ਬਹੁਤ ਗੰਦਾ ਗਾਉਂਦੀ ਆ, ਤੂੰ ਨਾ ਗਾਇਆ ਕਰ। ਸਾਰੀ ਜ਼ਿੰਦਗੀ ਉਹ ਬੱਚੀ ਨੇ ਮੁੜ ਗਾਇਆ ਨਹੀਂ ਕਦੇ। ਸ਼ਬਦ ਜਿਹੜੇ, ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਸ਼ਬਦ ਐਵੇਂ ਕੰਮ ਕਰਦੇ ਆ, ਦੀ 4 ਐਗਰੀਮੈਂਟਸ ਕਿਤਾਬ, ਜਦੋਂ ਤੁਹਾਨੂੰ ਪਤਾ ਲੱਗ ਗਿਆ, ਤੁਸੀਂ ਪਹਿਲਾ ਇਕਰਾਰਨਾਮਾ ਆਪਦੇ ਆਪ ਨਾਲ ਇਹ ਕਰੋਗੇ, ਸ਼ਬਦ ਜਿਹੜੇ ਆ ਇਹਨਾਂ ਨੂੰ ਮੈਂ ਸਹੀ ਢੰਗ ਨਾਲ ਵਰਤਾਂ। ਸ਼ਬਦ ਸ਼ਬਦ ਨਹੀਂ ਹੁੰਦੇ, ਜਾਦੂ ਹੁੰਦਾ ਹੈ। ਸ਼ਬਦ ਗੁਰੂ ਕਿਉਂ ਆ ਸਾਡੇ? ਇਹਨਾਂ 'ਚ ਬਹੁਤ ਜਾਨ ਹੁੰਦੀ ਆ। ਮਰੇ ਪਏ ਬੰਦੇ ਨੂੰ ਕਹਿ ਦਿਓ ਜਾ ਕੇ, ਤੁਹਾਡਾ ਕੋਈ ਦੋਸਤ ਆ, ਮਰ ਰਿਹਾ ਕੋਈ, ਬਿਲਕੁਲ ਖਤਮ ਹੋ ਗਿਆ ਸਮਝ ਲਓ ਇੱਕ ਤਰ੍ਹਾਂ ਦਾ, ਉਹਨੂੰ ਕਹਿ ਦਿਓ ਬਾਂਹ ਫੜ ਕੇ ਮੈਂ ਤੇਰੇ ਨਾਲ, ਮਰਦੇ ਮਰਦੇ 'ਚ ਜਾਨ ਪੈ ਗਈ। ਤੁਸੀਂ ਉਹਨੂੰ ਪਿਆਰ ਨਾਲ ਦਿਲੋਂ, ਰੂਹ ਤੋਂ ਕਹੋਗੇ, ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਤੀ ਹੈ। ਤਾਂ ਜਦੋਂ ਤੁਸੀਂ ਬੋਲਣਾ, ਕਿਸੇ ਨਾਲ ਵਾਰਤਾਲਾਪ ਕਰਨੀ ਆ, ਤਾਂ ਧਿਆਨ ਦੇਣਾ, ਇਹ ਸ਼ਬਦ ਬਹੁਤ ਡੂੰਘੇ ਉਤਰਦੇ ਆ ਜਾ ਕੇ ਅਗਲੇ ਦੇ ਮਨ 'ਚ। ਇਹ ਕਿਸੇ ਦੀ ਜ਼ਿੰਦਗੀ ਸਵਾਰ ਵੀ ਸਕਦੇ ਆ, ਇਹ ਕਿਸੇ ਦੀ ਜ਼ਿੰਦਗੀ ਵਿਗਾੜ ਵੀ ਸਕਦੇ ਆ। ਜਿੱਦਾਂ ਉਹ ਬੱਚੀ ਨੂੰ ਉਹਦੀ ਮਾਂ ਨੇ ਕਿਹਾ, ਖਿਜੀ ਉਹ ਆਪ ਸੀ ਕੰਮ ਤੋਂ, ਕਸੂਰ ਬੱਚੀ ਦਾ ਉਹਨੂੰ ਲੱਗਾ, ਅਤੇ ਸਾਰੀ ਜ਼ਿੰਦਗੀ ਉਹ ਮੁੜ ਨਾ ਉੱਠ ਪਾਈ। ਕਦੇ ਵੀ ਨਹੀਂ ਕਹਿੰਦੇ ਉਹਨੇ ਗਾਇਆ, ਕਿਤਾਬ ਵਿੱਚ ਲਿਖਿਆ, ਹਾਲਾਂਕਿ ਉਹ ਬਹੁਤ ਸੋਹਣਾ ਗਾਉਂਦੀ ਸੀ। ਤਾਂ ਇਹ ਚੀਜ਼ਾਂ ਨੂੰ ਤੁਸੀਂ ਬਹੁਤ ਧਿਆਨ ਦੇਣ ਦੀ ਲੋੜ ਆ। ਇਹ ਸਾਧੂ ਸੰਤਾਂ ਵਾਲੀਆਂ ਗੱਲਾਂ, ਕਿ ਮੈਂ ਜਦੋਂ ਬੋਲਾਂ ਤਾਂ ਤੋਲ ਕੇ ਬੋਲਾਂ। ਸੰਸਾਰੀ ਨੇ ਬੋਲੀ ਜਾਣਾ, ਬੋਲ ਕੇ ਸੋਚਣਾ, ਹਾਏ ਕੀ ਬੋਲਤਾ। ਇਹ ਫਰਕ ਆ। ਸਾਖੀ ਸੁਣੋ ਜਿਹੜੀ ਰੋਜ਼ਾਨਾ ਸੁਣਦੇ, ਹੋਰ ਸਮਝ ਆਊ। ਦੁਨੀਆ ਨੂੰ ਤਾਰਦੇ ਹੋਏ ਗੁਰੂ ਬਾਬਾ ਨਾਨਕ ਜੀ, ਨਾਲ ਉਹਨਾਂ ਦੇ ਸਾਥੀ ਭਾਈ
ਬਾਲਾ ਭਾਈ ਮਰਦਾਨਾ ਤੁਰੇ ਹੀ ਜਾ ਰਹੇ ਆ। ਭਾਈ ਬਾਲਾ ਜੀ ਕਹਿੰਦੇ ਅਸੀਂ ਤੁਰੇ ਗਏ ਜਨਮ ਸਾਖੀ ਕਹਿੰਦੇ ਉਜਾੜ ਹੀ ਆਈ ਗਈ। 2-3 ਦਿਨ ਕੁਝ ਨਹੀਂ ਆਇਆ। 3 ਦਿਨ ਉਜਾੜ ਆਈ ਤੇ ਚੌਥੇ ਦਿਨ ਭਾਈ ਮਰਦਾਨਾ ਜੀ ਇਸ ਦਿਨ ਬੋਲੇ ਨਹੀਂ ਕੁਝ। ਗੁਰੂ ਸਾਹਿਬ ਜੀ ਖੁਦ ਬੋਲੇ, ਕਹਿੰਦੇ ਮਰਦਾਨਿਆਂ ਭੁੱਖ ਨਹੀਂ ਲੱਗੀ ਤੈਨੂੰ ਅੱਜ? 3 ਦਿਨ ਲੰਘ ਗਏ ਸੀ। ਉਹ ਕਹਿਣ ਲੱਗੇ ਭੁੱਖ ਤਾਂ ਲੱਗੀ ਆ ਪਰ ਉਜਾੜ ਹੀ ਉਜਾੜ ਬਾਬੇ, ਉਜਾੜ ਹੀ ਉਜਾੜ, ਕੋਈ ਨਗਰ ਨਹੀਂ ਆਉਂਦਾ, ਇੱਥੇ ਕੀ ਮਿਲੇਗਾ? ਕਹਿਣ ਲੱਗੇ ਅੱਗੇ ਇੱਕ ਨਗਰ ਆਉਣ ਵਾਲਾ ਹੀ ਆ, ਜਾਣਦੇ ਸੀ ਸਭ ਕੁਝ ਆਉਣ ਵਾਲਾ ਹੀ ਆ, ਤੂੰ ਉੱਥੇ ਜਾਈ ਤੇ ਛਕ ਲਵੀਂ। ਨਾਲੇ ਇਹ ਗੱਲ ਦੀ ਚਿੰਤਾ ਨਾ ਕਰੀ, ਇਨਸਾਨ ਜਨਮ ਲੈਂਦਾ ਮਰ ਜਾਂਦਾ ਪਰ ਮੈਂ ਤੈਨੂੰ ਭੁੱਖ ਨਾਲ ਨਹੀਂ ਮਰਨ ਦਿੰਦਾ। ਬਹੁਤ ਸੋਹਣਾ ਵਚਨ ਸੀ। ਕਹਿੰਦੇ ਇਹ ਨਾ ਸੋਚੀ ਤੂੰ ਕਦੇ ਮੈਂ ਭੁੱਖ ਨਾਲ ਮਰ ਜੂੰਗਾ, ਭੁੱਖ ਨਾਲ ਮੈਂ ਤੈਨੂੰ ਮਰਨ ਨਹੀਂ ਦਿੰਦਾ। ਵੈਸੇ ਇਨਸਾਨ ਮਰਦੇ ਆ, ਜੋ ਉਪਜਿਓ ਸੋ ਬਿਨਸ ਹੈ, ਪਰ ਇਹ ਨਾ ਸੋਚੀ ਮੈਂ ਤੈਨੂੰ ਮਰਨ ਦੇ ਦੂੰ ਭੁੱਖ ਨਾਲ। ਮੇਰੇ ਨਾਲ ਰਹਿਣਾ, ਭੁੱਖ ਨਾਲ ਨਹੀਂ ਮੈਂ ਤੈਨੂੰ ਮਰਨ ਦੇਵਾਂਗਾ। ਅੱਗੇ ਨਗਰ ਆਇਆ, ਗੁਰੂ ਬਾਬੇ ਆਖਿਆ ਇੱਥੇ ਜਾਓ ਜੀ। ਭਾਈ ਮਰਦਾਨਾ ਜੀ ਨੇ ਰਵਾਬ ਮੋਢਿਆਂ ਤੇ ਟੰਗੀ, ਆਖਿਆ ਬਾਬੇ ਕੌਣ ਜਾਣਦਾ ਇੱਥੇ ਮੈਨੂੰ? ਕਹਿੰਦੇ ਜਦੋਂ ਜਾਏਗਾ ਤੇ ਕੁਝ ਇੱਥੇ ਪੈਸੇ ਵੀ ਨਹੀਂ ਦੇਣੇ ਪੈਣੇ, ਇੱਥੇ ਸਭ ਤੇਰੀ ਸੇਵਾ ਹੀ ਕਰਨਗੇ, ਗੁਰੂ ਦੀ ਕਿਰਪਾ ਹੋਊਗੀ ਮਾਲਕ ਦੀ। ਕਹਿੰਦੇ ਨਾਮ ਕੀ ਆ ਜੀ ਇਹਦਾ? ਉਹ ਕਹਿੰਦੇ ਨਾਮ ਸਵਰਨਪੁਰ ਆ। ਇੱਥੇ ਇੱਕ ਰਾਜਾ ਰਹਿੰਦਾ, ਉਹਦਾ ਨਾਮ ਆ ਕਮਲ ਨੈਣ, ਧਰਤੀ ਦਾ ਦੂਜਾ ਸਰਬ ਸ੍ਰੇਸ਼ਟ ਰਾਜਾ। ਜੇ ਜਨਕ ਤੋਂ ਬਾਅਦ ਕੋਈ ਚੰਗਾ ਰਾਜਾ ਹੋਇਆ ਹੈ ਤਾਂ ਇਹੀ ਆ ਕਮਲ ਨੈਣ। 17 ਰਾਜੇ ਇਹਦੀ ਈਨ ਮੰਨਦੇ ਆ। 17 ਰਾਜੇ ਜਿਹੜੇ ਇਹਦੇ ਕੋਲ ਆਉਂਦੇ ਆ, ਪਾਣੀ ਭਰਦੇ ਆ, ਧਰਮੀ ਰਾਜਾ ਹੈ, ਤੂੰ ਇਹਦੇ ਨਗਰ ਵਿੱਚ ਚਲਿਆ ਜਾ। ਭਾਈ ਮਰਦਾਨਾ ਜੀ ਜਾਂਦੇ ਆ ਤੇ ਵਹਿੰਦੇ ਆ, ਉੱਥੇ ਬਹੁਤ ਸੋਹਣੇ ਫੁੱਲ ਖਿੜੇ ਹੋਏ ਆ, ਨਗਰੀ ਵਿੱਚ ਸ਼ਾਂਤੀ ਬਹੁਤ ਆ ਤੇ ਸੋਨੇ ਦੀਆਂ ਦੁਕਾਨਾਂ। ਕਵੀ ਸੰਤੋਖ ਸਿੰਘ ਜੀ ਲਿਖਦੇ ਆ ਸੋਨੇ ਦੀਆਂ ਦੁਕਾਨਾਂ। ਜਾਂਦੇ ਤੇ ਖੜ ਜਾਂਦੇ ਆ ਤੇ ਇੱਕ ਕੋਈ ਸੱਜਣ ਆਉਂਦਾ ਤੇ ਉਹ ਆ ਕੇ ਮੋਢੇ ਤੇ ਹੱਥ ਰੱਖਦਾ, ਕਹਿਣ ਲੱਗੇ ਭਾਈ ਸਾਹਿਬ ਮੁਸਾਫਿਰ ਹੋ? ਉਹਨਾਂ ਪੁੱਛਿਆ ਮੁਸਾਫਿਰ ਹੋ, ਰਾਹੀ ਹੋ? ਕਹਿੰਦੇ ਹਾਂਜੀ ਰਾਹੀ ਆ। ਤੁਹਾਡਾ ਨਾਮ ਕੀ ਆ? ਮੇਰਾ ਨਾਮ ਮਰਦਾਨਾ। ਤੁਹਾਡਾ ਨਾਮ ਕੀ ਆ? ਮੇਰਾ ਨਾਮ ਧਰਮ ਹੈ। ਉਹ ਸੱਜਣ ਆਖਿਆ ਮੇਰਾ ਨਾਮ ਧਰਮ ਹੈ। ਧਰਮ ਨੇ ਪੁੱਛਿਆ ਕਿ ਤੁਸੀਂ ਕੌਣ ਹੋ? ਮੈਂ ਮਰਦਾਨਾ ਹਾਂ। ਹੋਰ ਵੀ ਕੋਈ ਨਾਲ ਆਇਆ ਤੁਹਾਡੇ? ਹਾਂਜੀ। ਕੌਣ ਆ? 2 ਸਾਥੀ ਹੋਰ ਨੇ। ਉਹ ਕਿੱਥੇ ਆ? ਉਹ ਨਗਰ ਦੇ ਬਾਹਰ ਬੈਠੇ ਆ। ਉਹਨਾਂ ਨੇ ਕੁਝ ਛਕਣਾ? ਨਹੀਂ, ਉਹ ਘੱਟ ਹੀ ਛਕਦੇ ਆ। ਉਹ ਸਾਰ ਲੈਂਦੇ ਆ ਪ੍ਰਸ਼ਾਦੇ ਬਿਨਾਂ, ਹਫ਼ਤਾ 7 ਦਿਨ ਲੰਘਾ ਦਿੰਦੇ ਆ। ਮੇਰਾ ਨਹੀਂ ਸਰਦਾ, ਮੈਂ ਇੱਥੇ ਆਇਆ। ਕਹਿੰਦੇ ਚਲੋ ਫਿਰ ਤੁਹਾਨੂੰ ਛਕਾਈਏ ਪ੍ਰਸ਼ਾਦਾ। ਤਾਂ ਉਹ ਜਿਹੜੇ ਧਰਮ ਨਾਂ ਦਾ ਵਿਅਕਤੀ ਆ, ਇਹਨਾਂ ਨੂੰ ਫਿਰ ਲੈ ਕੇ ਆਇਆ, ਇਹਨਾਂ ਦੀ ਖੂਬ ਸੇਵਾ ਕੀਤੀ ਹੈ ਭਾਈ ਮਰਦਾਨਾ ਜੀ ਦੀ, ਕਿਉਂਕਿ ਨਗਰੀ ਧਰਮੀ ਰਾਜੇ ਦੀ ਹੈ। ਜਦੋਂ ਖੂਬ ਸੇਵਾ ਕੀਤੀ, ਆਖਿਆ ਤੁਹਾਡੇ ਨਾਲ ਪ੍ਰਸ਼ਾਦਾ ਬੰਨ੍ਹਦੇ ਆ, ਜੋ ਤੁਹਾਡੇ ਸਾਥੀ ਨੇ ਬੰਨ੍ਹਦਿਆਂ ਨਾਲ ਉਹ 2 ਸਾਥੀ ਉਹ ਛਕ ਲੈਣਗੇ। ਆਖਿਆ ਨਹੀਂ, ਉਹ ਇੱਦਾਂ ਨਹੀਂ ਪ੍ਰਵਾਨ ਕਰਦੇ, ਉਹ ਇੱਦਾਂ ਹੀ ਰਹਿੰਦੇ ਆ। ਧਰਮ ਨੇ ਸੋਚਿਆ ਕੌਣ ਇਹੋ ਜਿਹਾ ਬੰਦਾ ਜਿਹੜਾ ਹਫ਼ਤਾ ਰੋਟੀ ਬਿਨਾਂ ਸਾਰ ਸਕਦਾ ਤੇ ਜਿਹਦਾ ਸਾਥੀ ਇੰਨਾ ਪਿਆਰਾ, ਉਹਨੂੰ ਜਾ ਕੇ ਕਿਉਂ ਨਾ ਮਿਲੀਏ। ਦੇਖੋ ਜਿਹੜੇ ਗੁਰਸਿੱਖ ਹੁੰਦੇ ਆ ਉਹਨਾਂ ਤੋਂ ਗੁਰੂ ਦੀ ਪਛਾਣ ਹੁੰਦੀ ਆ। ਜਿਹੋ ਜਿਹਾ ਗੁਰਸਿੱਖ ਆ, ਜਦੋਂ ਆਪਾਂ ਕਿਸੇ ਨੂੰ ਮਿਲਦੇ ਆ, ਵਿਦੇਸ਼ਾਂ ਵਿੱਚ ਜਾਈਏ, ਮੰਨ ਲਓ ਹੋਰ ਮੂਲ ਨਿਵਾਸ ਆ ਕੋਈ ਰਹਿਣ ਵਾਲੇ, ਆਪਾਂ ਉੱਥੇ ਮਿਲੀਏ, ਜੇ ਤਾਂ ਆਪਾਂ ਵਧੀਆ ਤਰੀਕੇ ਨਾਲ ਗੱਲ ਕਰਾਂਗੇ, ਉਹ ਪੁੱਛੂਗਾ ਤੇਰਾ ਉਸਤਾਦ ਕੌਣ? ਜਦੋਂ ਤੁਸੀਂ ਕਿਸੇ ਨੂੰ ਮਿਲਦੇ ਹੋ, ਤੁਹਾਡੀ ਬੋਲ ਬਾਣੀ ਜੇ ਗਲਤ ਆ ਨਾ, ਇਹ ਤੁਹਾਡੇ ਤੇ ਉਂਗਲ ਨਹੀਂ ਚੁੱਕਣੀ, ਤੁਹਾਡੇ ਗੁਰੂ ਤੇ ਚੁੱਕਣੀ ਆ ਅਗਲੇ ਨੇ, ਵੀ ਇਹਨਾਂ ਦਾ ਗੁਰੂ ਇਹੋ ਜਿਹਾ ਹੋਊਗਾ। ਤਾਂ ਚੰਗੇ ਗੁਰਸਿੱਖ ਜਿਹੜੇ ਬਣਦੇ ਆ, ਉਹ ਆਪਦੇ ਗੁਰੂ ਦਾ ਨਾਂ ਚਮਕਾਉਂਦੇ ਆ। ਜਦੋਂ ਅਸੀਂ ਬੋਲਣਾ ਹੀ ਗਲਤ ਆ, ਜਦੋਂ ਅਸੀਂ ਬੋਲਣਾ ਹੀ ਭੱਜ ਪੈਣਾ ਦੂਜਿਆਂ ਨੂੰ, ਫੇਰ ਕਾਹਦੀ ਸਾਡੀ ਪਛਾਣ ਆ? ਸਿੱਖ ਦੀ ਪਛਾਣ ਉਹਦੀ ਬੋਲੀ ਤੋਂ ਹੁੰਦੀ ਹੈ। ਜਿੱਦਾਂ ਉਹ 4 ਐਗਰੀਮੈਂਟ ਬੁੱਕ ਦੇ ਵਿੱਚੋਂ ਕਹਾਣੀ ਕਹੀ ਨਾ, ਉਹ ਬੱਚੀ ਨੂੰ ਕਹਿਤਾ ਤੂੰ ਬਹੁਤ ਗੰਦਾ ਗਾਉਂਦੀ ਆ, ਮੁੜ ਨਹੀਂ ਉਹ ਗਾ ਸਕੀ। ਭਾਈ ਮਰਦਾਨਾ ਜੀ ਦੀ ਬੋਲੀ ਤੋਂ ਉਹ ਕਹਿਣ ਲੱਗੇ ਤੁਸੀਂ ਇਹੋ ਜਿਹੇ ਹੋ ਤੇ ਤੁਹਾਡਾ ਸਾਥੀ ਕਿਹੋ ਜਿਹਾ ਹੋਊਗਾ, ਮੈਂ ਤਾਂ ਉਹਨੂੰ ਮਿਲਣਾ ਚਾਹੁੰਦਾ। ਫਿਰ ਉਹ ਕਹਿੰਦੇ ਮੈਨੂੰ ਲੈ ਕੇ ਚੱਲ ਉੱਥੇ।
मैं प्रशादा भी नाल ले जाना, फल भी नाल ले जाना। वो कहते चलो प्यारे कोल चलते हैं। अगे की होया वो कल नूं आप जी सुनोगे। जदों धर्म जी नाल भाई मरदाना जी बाबे कोल आउंदे सी, उत्थे आके की बचन होए, गुरु बाबे की कहा, ते वो फिर उन्हां मन्निया जां नहीं मन्निया, कल दे दीवान विच सुनोगे। गुण निधान गुण तिन ही गाए, जां को किरपा धारी। जिस बंदे ते रब दी किरपा हो गई, उदों उहने काम चों भी काम करदे ने रब नूं याद करन लई समा बना लिया। ਜਿਹੜੇ ਬੰਦੇ ਤੇ ਰੱਬ ਦੀ ਕਿਰਪਾ ਨਹੀਂ ਹੋਈ, ਉਹ ਵਿਹਲਾ ਹੋ ਕੇ ਵੀ ਨਾਮ ਨਹੀਂ ਜਪ ਸਕਿਆ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਉਹ ਬੰਦਾ ਅਸਲ 'ਚ ਸੁਖੀ ਆ, ਧਨ ਨੂੰ ਜਨਮ ਦੇਣ ਵਾਲੇ ਆ, ਧਨ ਨੂੰ ਉਹ ਖੁਦ ਭਾਈ ਮਰਦਾਨਾ ਜੀ। ਉਹ ਤੋਂ ਸਦ ਕੇ ਜਾਈਏ, ਬਾਰੇ ਬਾਰੇ ਜਾਈਏ, ਟੋਟੇ ਟੋਟੇ ਹੋ ਕੇ ਕੁਰਬਾਨ ਜਾਈਏ। ਜਿਸ ਬੰਦੇ ਤੇ ਪ੍ਰਮਾਤਮਾ ਦੀ ਕਿਰਪਾ ਹੈ, ਉਹ ਬੰਦੇ ਨੇ ਨਾਮ ਜਪ ਲਿਆ, ਖੇਤੀ ਕਰਦੇ ਨੇ, ਹਲ ਵਾਹੁੰਦੇ ਨੇ, ਰੋਟੀਆਂ ਪਕਾਉਂਦੀ ਨੇ, ਆਟਾ ਗੁੰਨਦੀ ਨੇ, ਉਹਨੇ ਯਾਦ ਕਰ ਲਿਆ। ਜਿਸ ਬੰਦੇ ਤੇ ਰੱਬ ਦੀ ਕਿਰਪਾ ਨਹੀਂ ਹੋਈ, ਉਹ ਮੰਜੇ ਤੇ ਸਾਰਾ ਦਿਨ ਵਿਹਲਾ ਬੈਠਾ ਸੀ, ਸੱਥ 'ਚ ਬੈਠਾ ਸੀ, ਉਹ ਨਾਮ ਨਹੀਂ ਜਪ ਸਕਿਆ। ਸੋ ਗਾਏ ਉਹਨੇ ਗਾਏ, ਜਾ ਕੋ ਕਿਰਪਾ ਧਾਰੀ। ਕਿਰਪਾ ਹੋਣੀ ਬਹੁਤ ਜ਼ਰੂਰੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਭੁੱਲ ਚੁੱਕ ਦੀ ਖਿਮਾ। ਆਓ ਉਹਨੂੰ ਯਾਦ ਕਰੀਏ, ਜਿਹਨੇ ਸਾਨੂੰ ਬਣਾਇਆ, ਜਿਹਨੇ ਸੂਰਜ ਨੂੰ ਚੜ੍ਹਾਇਆ, ਜਿਹਨੇ ਇੰਨੇ ਸੋਹਣੇ ਤਾਰੇ ਬਣਾਏ, ਜਿਹਨੇ ਦਿਲ ਨੂੰ ਧੜਕਾਇਆ, ਨਸਾਂ 'ਚ ਖੂਨ ਨੂੰ ਚਲਾਇਆ। ਆਜੋ ਉਹਦਾ ਮਿਲ ਕੇ ਬਸ ਸ਼ੁਕਰ ਕਰੀਏ ਜੀ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ